ਸਤਿ ਸ਼੍ਰੀ ਅਕਾਲ ਜੀ। ਮੈਂ ਮਹਿਤਾਬ ਸਿੰਘ ਖਹਿਰਾ, ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ ਅੱਜ ਤੁਹਾਡੇ ਸਾਹਮਣੇ ਕੁਝ ਗੱਲਾਂ ਪੇਸ਼ ਕਰਨੀਆਂ ਚਾਹੁੰਦਾ ਆਪਣੇ ਫਾਦਰ ਦੇ ਹੱਕ ਵਿੱਚ। ਕੁਝ ਗੱਲਾਂ ਐਸੀਆਂ ਜੋ ਸੱਚ ਨੇ, ਮੈਂ ਤੁਹਾਡੇ ਸਾਹਮਣੇ ਆ ਕੇ ਉਹੀ ਬਿਆਨ ਕਰੂੰਗਾ ਜੋ 100% 100% ਸੱਚ ਹੋਵੇ। ਮੇਰੇ ਫਾਦਰ ਨੇ ਕਦੀ ਕਿਸੇ ਦੇ ਅੱਗੇ ਝੂਠ ਨਹੀਂ ਬੋਲਿਆ। ਜਦ ਵੀ ਉਹ ਕੈਮਰੇ ਦੇ ਅੱਗੇ ਜਾਂ ਸਟੇਜ ਤੇ ਜਾਂ ਕਿਸੇ ਵੀ ਇਨਸਾਨ ਦੇ ਅੱਗੇ ਸਾਹਮਣੇ ਖੜੇ ਹੋਏ ਤਾਂ ਉਹਨਾਂ ਨੇ ਹਮੇਸ਼ਾ ਆਪਣਾ ਹੱਕ ਸੱਚ ਦੀ ਗੱਲ ਕੀਤੀ ਹੈ ਤੇ ਲੋਕਾਂ ਦੇ ਇਨਸਾਫ ਦੀ ਗੱਲ ਕੀਤੀ ਹੈ। ਮੈਂ ਕੋਸ਼ਿਸ਼ ਕਰੂੰਗਾ ਕਿ ਆਪਣਾ ਜਿਹੜਾ ਅੱਜ ਦਾ ਬਿਆਨ ਹੈ ਉਹੀ ਤਨਦੇਹੀ ਨਾਲ, ਉਹੀ ਸੱਚਾਈ ਦੇ ਨਾਲ ਤੁਹਾਡੇ ਸਾਹਮਣੇ ਜੋ ਹੈ ਉਹ ਲੈ ਕੇ ਆਵਾਂ। ਮੇਰੇ ਫਾਦਰ ਪਿਛਲੇ ਕਈ ਸਾਲਾਂ ਤੋਂ, ਜੇ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ, ਪੋਲਿਟਿਕਸ ਉਹਨਾਂ ਨੇ 95, 96, 97 ਵਿੱਚ ਜੁਆਇਨ ਕਰਕੇ ਅੱਜ ਤੱਕ ਉਹਨਾਂ ਨੇ ਲੋਕਾਂ ਦੀ ਲੜਾਈ ਲੜੀ ਹੈ। ਮੈਂ ਸਮਝਦਾ ਮੇਰੇ ਫਾਦਰ ਇੱਕ ਵਿਸਲ ਬਲੋਅਰ ਆ। ਮੇਰੇ ਫਾਦਰ ਇੱਕ ਕਰੂਸੇਡਰ ਹੈ, ਇੱਕ ਫਾਈਟਰ ਹੈ ਜਿਹੜਾ ਨੇ ਇੰਨੀਆਂ ਹਜ਼ਾਰਾਂ ਇਸ਼ੂਜ਼ ਤੇ ਲੋਕਾਂ ਦਾ ਸਾਥ ਦਿੱਤਾ, ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਵਿੱਚ, ਪੰਜਾਬ ਦੇ ਬਾਹਰ ਤੇ ਇੰਟਰਨੈਸ਼ਨਲ ਲੈਵਲ ਤੇ ਲੋਕਾਂ ਦਾ ਸਾਥ ਦਿੱਤਾ। ਤੇ ਅੱਜ ਉਸ ਕਰਕੇ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਇਹ ਹਰਜਾਨਾ ਭਰਨਾ ਪੈ ਰਿਹਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ 11 ਤਰੀਕ ਨੂੰ ਮੇਰੇ ਫਾਦਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ, ਸੈਂਟਰਲ ਇਨਵੈਸਟੀਗੇਟਿੰਗ ਏਜੰਸੀ, ਯੂਨੀਅਨ ਗਵਰਨਮੈਂਟ ਦੇ ਬਿਲਕੁਲ ਅੰਡਰ ਪੀਐਮਓ ਦੇ ਥੱਲੋਂ ਚੱਲਣ ਵਾਲੀ ਇੱਕ ਏਜੰਸੀ ਨੇ ਬਿਨਾਂ ਕਿਸੇ ਗੱਲ ਤੋਂ ਅਨਕਨਸਟੀਟਿਊਸ਼ਨਲੀ, ਇਲੀਗਲੀ ਅਰੈਸਟ ਕੀਤਾ ਔਰ ਉਸ ਤੋਂ ਬਾਅਦ ਆਪਣੀ ਕਸਟਡੀ ਵਿੱਚ ਲੈ ਲਿਆ। ਉਸ ਸਿਲਸਿਲੇ ਜਾਂ ਉਸ ਮਾਮਲੇ ਤੱਕ ਜਾਣ ਤੋਂ ਪਹਿਲੇ ਮੇਰਾ ਫਰਜ਼ ਹੈ, ਮੈਂ ਉਹਨਾਂ ਦਾ ਬੇਟਾ ਹੈ, ਮੇਰਾ ਫਰਜ਼ ਹੈ ਕਿ ਤੁਹਾਡੇ ਸਾਹਮਣੇ ਸੱਚ ਜੋ ਹੈ, ਜੋ ਸੱਚੀ ਕਹਾਣੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂ। ਜੋ ਈਡੀ ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਹੈ, ਉਹ ਮੇਰੇ ਫਾਦਰ ਨੂੰ PMLA ਦੇ ਥੱਲੇ ਪ੍ਰੋਸੀਕਿਊਟ ਕਰ ਰਹੀ ਹੈ। ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ। ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਇੱਕ ਬੜਾ ਹੀ ਕਾਲਾ ਕਾਨੂੰਨ ਹੈ। ਇਹਨਾਂ ਨੂੰ ਬੜੀ ਵਾਈਡ ਪਾਵਰਸ ਦਿੱਤੀਆਂ ਗਈਆਂ ਈਡੀ ਨੂੰ, ਇਨਫੋਰਸਮੈਂਟ ਡਾਇਰੈਕਟੋਰੇਟ ਨੂੰ। ਉਸ ਦੇ ਤਹਿਤ ਇਹਨਾਂ ਨੇ ਮੇਰੇ ਫਾਦਰ ਤੇ ਕਾਰਵਾਈ ਪਿਛਲੇ ਕੁਝ ਮਹੀਨਿਆਂ ਤੋਂ ਸ਼ੁਰੂ ਕੀਤੀ ਹੋਈ ਸੀ। 9 ਮਾਰਚ ਨੂੰ ਮੇਰੇ ਫਾਦਰ ਤੇ ਕਾਰਵਾਈ ਹੋਈ, ਸਾਡੇ ਘਰ ਰੇਡ ਹੋਈ, ਮੇਰਾ ਫੋਨ, ਮੇਰਾ ਲੈਪਟਾਪ, ਇਹ ਸਾਰਾ ਕੁਝ ਇਹ ਜ਼ਬਤ ਕਰਕੇ ਲੈ ਗਏ। ਲੇਕਿਨ ਇਸ ਜਾਨਣਾ ਔਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਕੇਸ ਦੀ ਸ਼ੁਰੂਆਤ ਕਿੱਥੋਂ ਹੋਈ। ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਸਨ 2015 ਵਿੱਚ ਜਦ ਅਕਾਲੀ ਸਰਕਾਰ ਸੀ, ਅਕਾਲੀ BJP ਦੀ ਸਰਕਾਰ ਸੀ, 2015 ਵਿੱਚ ਮਾਰਚ ਵਿੱਚ ਇੱਕ NDPS ਦਾ ਪਰਚਾ 9 ਲੋਕਾਂ ਦੇ ਖਿਲਾਫ ਦਰਜ ਹੋਇਆ ਫਾਜ਼ਿਲਕਾ ਦੇ ਥਾਣੇ ਸਦਰ ਜਲਾਲਾਬਾਦ ਵਿੱਚ। ਉਹਨਾਂ 9 ਬੰਦਿਆਂ ਚੋਂ ਇੱਕ ਇਨਸਾਨ ਸਾਡੇ ਹਲਕੇ ਦੇ ਕਾਂਗਰਸ ਪਾਰਟੀ ਦੇ ਵਰਕਰ ਗੁਰਦੇਵ ਸਿੰਘ ਸਨ। ਜਦ ਉਸ ਗੁਰਦੇਵ ਸਿੰਘ ਨੂੰ ਅਰੈਸਟ ਕੀਤਾ ਗਿਆ ਸਨ 2015 ਵਿੱਚ, ਉਸ ਤੋਂ ਬਾਅਦ ਉਹਨਾਂ ਦਾ ਟ੍ਰਾਇਲ ਚੱਲਿਆ। ਉਹ 9 ਬੰਦਿਆਂ ਨੂੰ ਅੱਗੇ ਜਾ ਕੇ 2017 ਵਿੱਚ 20 ਸਾਲ ਦੀ ਕੋਰਟ ਨੇ ਸਜ਼ਾ ਕੀਤੀ ਗਈ। ਇਹ ਸਿਲਸਿਲਾ ਔਰ ਇਹ ਕੇਸ ਤੁਹਾਨੂੰ ਸੁਣਾਉਣਾ ਹੈ ਤਾਂ ਜ਼ਰੂਰੀ ਹੈ ਕਿਉਂਕਿ ਇਸੀ ਕੇਸ ਤੋਂ, ਇਸ ਬੇਬੁਨਿਆਦ ਕੇਸ ਤੋਂ, ਇਸ ਝੂਠੇ ਕੇਸ ਤੋਂ ਮੇਰੇ ਫਾਦਰ ਨੂੰ 6 ਸਾਲ ਬਾਅਦ ਅੱਜ ਜਾਂ ਕੱਲ੍ਹ ਗ੍ਰਿਫਤਾਰ ਕੀਤਾ ਗਿਆ। ਸੋ ਇਹ ਸੱਚਾਈ ਤੁਹਾਡੇ ਸਾਹਮਣੇ ਲੈ ਕੇ ਆਉਣੀ ਬਹੁਤ ਜ਼ਰੂਰੀ ਹੈ। 2015 ਵਿੱਚ ਜਦ ਇਹ NDPS ਦਾ ਪਰਚਾ ਦਰਜ ਹੁੰਦਾ ਹੈ ਤਾਂ ਕਾਰਵਾਈ ਕੀਤੀ ਜਾਂਦੀ ਹੈ। ਜਿਹੜੇ ਅਕਿਊਜ਼ਡ ਹੁੰਦੇ ਨੇ ਉਹਨਾਂ ਨੂੰ ਪੁਲਿਸ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ, ਪੁਲਿਸ ਰਿਮਾਂਡ ਹੁੰਦੀ ਹੈ, ਉਹਨਾਂ ਦੀ ਇੰਟਰੋਗੇਸ਼ਨ ਹੁੰਦੀ ਹੈ। ਇੰਟਰੋਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਪੁਲਿਸ ਆਪਣੀ ਜਦ ਇਨਵੈਸਟੀਗੇਸ਼ਨ ਕੰਪਲੀਟ ਕਰ ਲੈਂਦੀ ਹੈ, ਉਸ ਤੋਂ ਬਾਅਦ ਚਾਰਜ ਸ਼ੀਟ ਪੇਸ਼ ਹੁੰਦੀ ਹੈ। ਇਸ NDPS ਕੇਸ ਵਿੱਚ ਕਈ ਸਾਰੀਆਂ ਚਾਰਜ ਸ਼ੀਟਾਂ ਹੋਈਆਂ। ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਮੇਰੇ ਫਾਦਰ ਨੂੰ ਕਦੀ ਨਾ ਕਿਸੇ FIR ਵਿੱਚ ਨਾਮਜ਼ਦ ਕੀਤਾ ਗਿਆ ਤੇ ਨਾ ਹੀ ਉਸ ਤੋਂ ਬਾਅਦ ਕਈ ਪੇਸ਼ ਹੋਏ, ਕਈ ਚਲਾਨਾਂ ਦੇ ਵਿੱਚ ਉਹਨਾਂ ਦਾ ਨਾਮ ਜੋ ਹੈ ਉਹ ਆਇਆ। ਲੇਕਿਨ 2017 ਵਿੱਚ ਜੇ ਤੁਹਾਨੂੰ ਯਾਦ ਹੋਊਗਾ ਮੇਰੇ ਫਾਦਰ ਨੂੰ ਮੌਕਾ ਮਿਲਿਆ ਲੀਡਰ ਆਫ ਓਪੋਜੀਸ਼ਨ ਪੰਜਾਬ ਵਿਧਾਨ ਸਭਾ ਦਾ ਬਣਨ ਦਾ। ਉਸ ਸਮੇਂ 'ਚ ਮੇਰੇ ਫਾਦਰ ਨੇ ਕਈ ਇਸ਼ੂਜ਼ ਉਠਾਏ। ਕਈ ਇਸ਼ੂਜ਼ ਦੇ ਵਿੱਚ ਗੰਦੇ ਪਾਣੀਆਂ ਦਾ ਇਸ਼ੂ, ਗੰਦੀ ਸ਼ਰਾਬ ਦਾ, ਪੰਜਾਬ ਦੀ ਸੈਂਡ ਮਾਈਨਿੰਗ ਦਾ, ਮਾਫੀਆ ਦਾ ਕੇਸ ਮੇਰੇ ਫਾਦਰ ਨੇ ਚੱਕਿਆ ਜੋ ਕਿਤੇ ਨਾ ਕਿਤੇ ਜਾ ਕੇ ਉਸ ਟਾਈਮ ਦੀ ਸਰਕਾਰ ਦੇ ਵਿੱਚ ਇੱਕ ਕੈਬਨਿਟ ਮੰਤਰੀ ਨੂੰ ਆਪਣੇ ਅਹੁਦੇ ਤੋਂ ਰੈਜ਼ਿਗਨੇਸ਼ਨ ਦੇਣਾ ਪਿਆ। ਉਸ 2017 ਤੋਂ ਬਾਅਦ ਜਦ ਉਸ ਮਾਈਨਿੰਗ ਕੇਸ ਜਾਂ ਮੇਰੇ ਫਾਦਰ ਜਦ LOP ਬਣੇ, ਉਹ ਹਾਈਲਾਈਟ ਹੋ ਗਏ। ਲੋਕਾਂ ਨੇ ਦੇਖਿਆ ਕਿ ਇਸ ਕੈਲੀਬਰ ਦਾ ਬੰਦਾ ਪੰਜਾਬ ਦੇ ਪੋਲੀਟੀਸ਼ੀਅਨਸ ਨੂੰ ਇੱਕ ਦਾਇਰੇ ਦੇ ਵਿੱਚ ਕੰਟਰੋਲ ਕਰ ਸਕਦਾ ਹੈ। ਉਹਨਾਂ ਦੀ ਬਹੁਤ ਤਾਰੀਫ ਹੋਈ।
ਲੇਕਿਨ ਜਦੋਂ LOP ਬਣੇ ਔਰ ਇਹ ਸਾਰੇ ਕੇਸਿਸ ਉਹਨਾਂ ਨੇ ਚੱਕੇ, ਉਸ ਤੋਂ ਕੁਝ ਮਹੀਨਿਆਂ ਬਾਅਦ, 1 ਜਾਂ 2 ਮਹੀਨਿਆਂ ਬਾਅਦ, ਮੈਨੂੰ ਅਜੇ ਡੇਟ ਖੜੇ ਪੈਰ ਯਾਦ ਨਹੀਂ ਆ ਰਹੀ, ਲੇਕਿਨ 1 ਅੱਧੇ ਮਹੀਨੇ ਦੇ ਫਰਕ ਵਿੱਚ ਉਹ ਜਿਹੜਾ NDPS ਕੇਸ 2015 ਦਾ ਉਸ ਟਾਈਮ ਚੱਲ ਰਿਹਾ ਸੀ, 2017 ਵਿੱਚ ਉਸ ਟਾਈਮ 2 ਜਿਹੜੇ ਗਵਾਹ ਨੇ, P3 P4, ਮੈਨੂੰ ਉਹਨਾਂ ਦੇ ਨਾਮ ਵੀ ਯਾਦ ਹੈ, ਲੇਕਿਨ ਉਹ ਕੇਸ ਦੀ ਜੋ ਗੱਲ ਹੈ ਮੈਂ ਕੋਰਟ ਵਿੱਚ ਗੱਲ ਕਰੂੰਗਾ ਜਦ ਮੈਨੂੰ ਮੌਕਾ ਮਿਲੂਗਾ। 2 ਗਵਾਹ ਜੋ 2015 ਵਿੱਚ ਜਿਨ੍ਹਾਂ ਨੇ ਇੰਟੈਰੋਗੇਸ਼ਨ ਕੀਤੀ ਮੇਨ ਅਕਿਊਜ਼ ਦੀ, ਉਹ 2 ਗਵਾਹ, ਉਹਨਾਂ ਦੀ ਗਵਾਹੀਆਂ, ਉਹਨਾਂ ਦਾ ਕ੍ਰਾਸ ਐਗਜ਼ਾਮੀਨੇਸ਼ਨ, ਜਿਹੜੇ ਮੇਰੇ ਵੀਰ ਵਕੀਲ ਨੇ ਜਾਂ ਜਿਨ੍ਹਾਂ ਨੂੰ ਥੋੜੀ ਲਾਅ ਦੇ ਬਾਰੇ ਪਤਾ ਹੈ, ਜਦ ਟਰਾਇਲ ਚੱਲਦਾ ਹੈ ਤਾਂ ਟਰਾਇਲ ਦੇ ਅੰਦਰ ਪਹਿਲੇ ਚੀਫ ਐਗਜ਼ਾਮੀਨੇਸ਼ਨ ਹੁੰਦੀ ਹੈ, ਐਗਜ਼ਾਮੀਨੇਸ਼ਨ ਇਨ ਚੀਫ, ਉਸ ਤੋਂ ਬਾਅਦ ਕ੍ਰਾਸ ਐਗਜ਼ਾਮੀਨੇਸ਼ਨ ਦਾ ਮੌਕਾ ਮਿਲਦਾ ਦੂਜੇ ਵਕੀਲ ਨੂੰ। ਇਹ ਗਵਾਹੀਆਂ ਦੋਨੋਂ PWs ਦੀਆਂ, PW3 ਐਂਡ PW4, ਇਹ ਗਵਾਹੀਆਂ ਜੋ ਹੈ ਉਸ ਟਾਈਮ ਤੱਕ ਖਤਮ ਹੋ ਚੁੱਕੀਆਂ ਸੀ। ਇੱਥੇ ਮੈਂ ਫਿਰ ਤੁਹਾਨੂੰ ਕਹਾਂ ਕਿ ਜਦ ਤੱਕ ਇਹਨਾਂ ਦੀਆਂ ਗਵਾਹੀਆਂ ਹੋਈਆਂ, ਇਹਨਾਂ ਨੇ ਮੇਰੇ ਫਾਦਰ ਦਾ ਨਾਮ ਨਹੀਂ ਲਿਆ। ਸਨ 2017 'ਚ ਹੁਣ ਆਪਾਂ ਆ ਚੁੱਕੇ ਹਾਂ, ਪਰਚਾ 2015 ਦਾ, 2 ਸਾਲ ਕੇਸ ਚੱਲਿਆ, ਗਵਾਹੀਆਂ ਹੋ ਗਈਆਂ, ਜਿਹੜੇ ਮੇਨ ਅਕਿਊਜ਼ ਸੀ ਉਹਨਾਂ ਨੂੰ 20 ਸਾਲ ਦੀ ਸਜ਼ਾ ਕੀਤੀ ਗਈ। ਜਦ ਇਹ ਕੇਸ ਬਿਲਕੁਲ ਸਿਰੇ ਐਂਡ ਤੇ ਪਹੁੰਚ ਗਿਆ, ਮੇਰੇ ਫਾਦਰ ਜੋ ਹੈ ਉਹ ਲੀਡਰ ਆਫ ਆਪੋਜੀਸ਼ਨ ਬਣੇ ਤੇ ਸ਼ਾਇਦ ਕਿਸੇ ਮੰਤਰੀਆਂ ਦੇ ਜਾਂ ਕਿਸੇ ਵੱਡੇ ਸਰਕਾਰਾਂ ਦੇ ਉੱਤੇ ਅੱਖਾਂ 'ਚ ਆ ਗਏ, ਤਾਂ ਉਹਨਾਂ ਨੇ 311 ਦੀ ਇੱਕ ਅਰਜ਼ੀ ਲਗਾਈ ਕੋਰਟ 'ਚ। 311 CRPC ਦੇ ਅੰਦਰ ਕੋਰਟ ਨੂੰ ਜਾਂ ਪ੍ਰੋਸੀਕਿਊਸ਼ਨ ਨੂੰ ਪਾਵਰ ਦਿੰਦਾ ਟੂ ਰੀਕਾਲ ਵਿਟਨੈਸਿਸ। ਸੋ ਇੱਕ ਪਾਸੇ ਕੇਸ ਬਿਲਕੁਲ ਐਂਡ ਵਿੱਚ ਆ ਚੁੱਕਿਆ। 2017 ਦਾ ਸਮਾਂ, ਜੁਲਾਈ ਅਗਸਤ ਵਿੱਚ ਇੱਕ ਅਰਜ਼ੀ ਲਾਈ ਜਾਂਦੀ ਹੈ, ਸਾਰੇ ਗਵਾਹਾਂ ਦੀ ਗਵਾਹੀਆਂ ਹੋ ਚੁੱਕੀਆਂ ਨੇ, ਪੁਲਿਸ ਵਾਲੇ ਆਪਣੀ ਡੈਪੋਜੀਸ਼ਨ ਕੋਰਟ ਵਿੱਚ ਦੇ ਚੁੱਕੇ ਨੇ। ਮੇਰਾ ਫਾਦਰ ਦਾ ਕੋਈ ਜ਼ਿਕਰ ਨਹੀਂ, ਕੋਈ ਚਲਾਨ ਨਹੀਂ, ਕੋਈ FIR ਨਹੀਂ, ਕਿਸੇ ਟੈਸਟਮੋਨੀ 'ਚ ਨਹੀਂ ਆਇਆ, ਕਿਸੇ ਅਕਿਊਜ਼ ਨੇ ਨਹੀਂ ਕਿਹਾ। ਲੇਕਿਨ 2017 ਵਿੱਚ ਇੱਕ ਪਾਸੇ 311 ਦੀ ਐਪਲੀਕੇਸ਼ਨ ਲੱਗਦੀ ਹੈ, 2 ਪੁਲਿਸ ਦੇ ਗਵਾਹ, ਕੋਈ ਇੰਡੀਪੈਂਡੈਂਟ ਵਿਟਨੈਸ ਨਹੀਂ, ਇੰਟਰਸਟਿਡ ਵਿਟਨੈਸਿਸ, ਪੁਲਿਸ ਵਿਟਨੈਸਿਸ, ਉਹ ਆ ਕੇ ਕੋਰਟ ਦੇ ਅੰਦਰ ਕਹਿੰਦੇ ਕਿ ਜਦ ਅਸੀਂ 2015 ਵਿੱਚ ਮੇਨ ਅਕਿਊਜ਼ ਨੂੰ ਅਰੈਸਟ ਕੀਤਾ, ਉਸ ਦਿਨ ਉਹਨਾਂ ਨੇ ਸ਼ਾਮ ਨੂੰ ਸਾਨੂੰ ਦੱਸਿਆ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਸਾਨੂੰ ਬਚਾਊਗਾ ਤੇ ਸਾਨੂੰ ਕਾਰਵਾਈ ਤੋਂ ਬਚਾਊਗਾ ਤੇ ਸਾਡਾ ਸਾਥ ਦੇਊਗਾ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦ ਇੱਕ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕੈਸੀ ਹੋ ਰਹੀ ਸੀ ਉਸ ਟਾਈਮ, ਇੱਕ ਐਸਾ ਜਦ ਤੁਸੀਂ ਕਿਸੇ ਬੰਦੇ ਨੂੰ ਝੂਠੇ ਕੇਸ ਵਿੱਚ ਇੰਪਲੀਕੇਟ ਕਰਨਾ ਚਾਹੁੰਦੇ ਹੋ, ਤੇ ਇਹ ਜਿਹੜਾ ਇਹਨਾਂ ਦਾ ਜੋ ਤਰੀਕਾ ਇਹਨਾਂ ਨੇ ਇਹ ਅਪਣਾਇਆ। ਇਹਨਾਂ ਨੇ ਕਿਹਾ ਕਿ 2 ਸਾਲ ਪਹਿਲੇ ਜਦ ਅਸੀਂ ਇੰਟੈਰੋਗੇਟ ਕਰ ਰਹੇ ਸੀ, ਤਦ ਸਾਨੂੰ ਕਿਸੇ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਇਸ ਕੇਸ ਵਿੱਚ ਸਾਡੀ ਮਦਦ ਕਰਦਾ ਸੀ, ਸਾਡਾ ਉਹਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਨੂੰ ਬਚਾਵਾਂਗੇ। 2 ਸਾਲ ਇਹ ਪੁਲਿਸ ਵਾਲੇ ਇਸ ਇਨਫੋਰਮੇਸ਼ਨ ਨੂੰ ਆਪਣੀ ਜੇਬ 'ਚ ਪਾ ਕੇ ਘੁੰਮਦੇ ਰਹੇ। ਇਹਨਾਂ ਨੇ ਕਿਤੇ ਬਿਆਨ ਨਹੀਂ ਕੀਤਾ, ਇਹਨਾਂ ਦਾ ਕ੍ਰਾਸ ਵਰਜ਼ਨ ਵੀ ਹੋ ਗਿਆ, ਇਹਨਾਂ ਦੀ ਐਗਜ਼ਾਮੀਨੇਸ਼ਨ ਵੀ ਹੋ ਗਈ, ਲੇਕਿਨ ਇਹਨਾਂ ਨੇ ਸਾਡਾ ਨਾਮ ਨਹੀਂ ਲਿਆ। ਚਲੋ, ਉਹ ਕੇਸ ਦੇ ਵਿੱਚ ਜਿਹੜੇ 9 ਬੰਦੇ ਸੀਗੇ ਅਕਿਊਜ਼ਡ, ਉਹਨਾਂ ਨੂੰ ਕੋਰਟ ਨੇ 20 ਸਾਲ ਦੀ ਸਜ਼ਾ ਕਰ ਦਿੱਤੀ। ਸਜ਼ਾ ਕਰਨ ਤੋਂ ਬਾਅਦ ਮੇਰੇ ਫਾਦਰ ਨੂੰ 319 ਦੇ ਵਿੱਚ ਸਮਨ ਕੀਤਾ ਗਿਆ। ਅਸੀਂ ਉਹ ਜਿਹੜਾ ਸਮਨਿੰਗ ਆਰਡਰ ਸੀ, ਕਿਉਂਕਿ ਉਹ ਗਲਤ ਸੀ, ਕਾਨੂੰਨ ਆਪਣਾ ਇਹ ਕਹਿੰਦਾ ਹੈ ਕਿ 319 ਦੀ ਸਮਨਿੰਗ ਤਦ ਹੋ ਸਕਦੀ ਹੈ ਜਦ ਮੇਨ ਟਰਾਇਲ ਚੱਲ ਰਿਹਾ ਹੋਵੇ, ਲੇਕਿਨ ਹੁਣ ਇਹਨਾਂ ਨੂੰ ਟਾਈਮ ਬਾਉਂਡ ਕੇਸ ਫਾਈਨਲ ਕਰਨਾ ਸੀ, ਇਸ ਕਰਕੇ ਇਹਨਾਂ ਨੇ ਝੂਠਾ ਸੱਚਾ ਆਰਡਰ ਪਾਸ ਕਰਕੇ ਮੇਰੇ ਫਾਦਰ ਨੂੰ ਸਮਨ ਕਰ ਲਿਆ। ਮੈਂ ਖੁਦ ਉਹ ਲੜਾਈ ਵੱਡੇ ਸੀਨੀਅਰ ਲਾਇਰਸ ਨਾਲ ਰਲ ਕੇ ਮੈਂ ਫੋਲੋ ਕੀਤਾ ਕੇਸ। ਅਸੀਂ ਸੁਪਰੀਮ ਕੋਰਟ ਤੱਕ ਇਹ ਲੜਾਈ ਲੜੀ, ਸੁਪਰੀਮ ਕੋਰਟ ਆਫ ਇੰਡੀਆ, ਔਰ ਮੈਂ ਸ਼ੁਕਰਗੁਜ਼ਾਰ ਰਹੂੰਗਾ ਉਸ ਜੱਜ ਦਾ, ਉਸ ਕੋਰਟ ਦਾ, ਜਿਨ੍ਹਾਂ ਨੇ ਮੇਰੇ ਫਾਦਰ ਨੂੰ ਪਹਿਲੀ ਪੇਸ਼ੀ ਤੇ NDPS ਕੇਸ ਵਿੱਚ ਜੋ ਪ੍ਰੋਸੀਡਿੰਗਸ ਸੀਆਂ ਕੋਰਟ ਦੀਆਂ, ਉੱਥੇ ਸਟੇ ਲਗਾ ਦਿੱਤਾ। 2017 ਦੀ ਗੱਲ ਔਰ ਅੱਜ 2021 ਆ ਰਿਹਾ, ਉਹ ਕੇਸ ਅੱਜ ਦਾ ਉੱਥੇ ਹੀ ਸਟੇਡ ਹੈ। ਉੱਥੇ ਕੁਐਸਚਨਸ ਆਫ ਲਾਅ ਬਣੇ, ਵੱਡੇ ਸਵਾਲ ਬਣੇ, ਜੋ ਪਹਿਲੇ 2 ਜੱਜਿਸ ਨੇ ਸੁਣਿਆ, ਫਿਰ 3 ਜੱਜਿਸ ਨੇ ਸੁਣਿਆ, ਹੁਣ ਕੌਨਸਟੀਟਿਊਸ਼ਨ ਬੈਂਚ ਆਪਾਂ ਕਹਿੰਦੇ ਹਾਂ ਜਿਹਨੂੰ, ਉਹਦੇ ਉੱਤੇ ਲਾਅ ਪੁਆਇੰਟ ਤੇ ਰੈਫਰੈਂਸ ਪੈਂਡਿੰਗ ਹੈ। ਸੋ ਮੈਟਰ ਇੱਕ ਪਾਸੋਂ ਸਟੇਡ ਹੈ। ਹੁਣ ਆਪਾਂ ਅੱਗੇ ਆ ਜਾਈਏ 2021 ਵਿੱਚ। ਜੋ ਇਨਫੋਰਸਮੈਂਟ ਡਾਇਰੈਕਟਰੇਟ ਹੈ, ਮੈਂ ਤੁਹਾਨੂੰ ਦੱਸਿਆ, ਉਹਨਾਂ ਨੂੰ ਇੱਕ ਸ਼ਡਿਊਲਡ ਅਫੈਂਸ ਚਾਹੀਦਾ ਹੁੰਦਾ। ED ਆਪਣੇ ਆਪ ਕੋਈ ਕਾਰਵਾਈ ਨਹੀਂ ਸਾਡੇ ਤੇ ਕਰ ਸਕਦੀ ਸੀ, ਉਹਨਾਂ ਨੇ ਕੋਈ ਵੇਰਵਾ ਚਾਹੀਦਾ ਸੀ, ਉਹਨਾਂ ਨੇ ਇਸ ਝੂਠੇ ਫਰਜ਼ੀ ਕੇਸ ਦਾ ਸਹਾਰਾ ਲਿਆ। ਇਹ ਕੇਸ ਜਿਹੜਾ ਸੁਪਰੀਮ ਕੋਰਟ ਵੱਲੋਂ ਸਟੇਡ ਹੈ, ਉਹਦਾ ਸਹਾਰਾ ਲੈ ਕੇ ਸਾਡੇ ਘਰ
ਮੇਰੇ ਘਰ ਛਾਪੇ ਮਾਰੇ 9 ਮਾਰਚ 2021 ਨੂੰ 6 ਸਾਲ ਬਾਅਦ 6 ਸਾਲ ਬੀਤ ਚੁੱਕੇ ਸਨ। ਮੇਰੇ ਫਾਦਰ ਤੇ ਕੋਈ ਇਲਜ਼ਾਮ ਜੋ ਕੋਈ ਇਲਜ਼ਾਮ ਸੀ ਜਾਂ ਕੋਈ ਸਮਨਿੰਗ ਸੀ ਉਹ ਸੁਪਰੀਮ ਕੋਰਟ ਨੇ ਸਟੇ ਕਰ ਦਿੱਤਾ ਸੀ। ਈਡੀ ਦੀ ਆਪਾਂ ਗੱਲ ਕਰਦੇ ਹਾਂ। ਈਡੀ ਨੇ ਸਾਡੇ ਘਰ ਰੇਡ ਕੀਤੀ, ਮੇਰਾ ਫੋਨ, ਉਹਨਾਂ ਨੂੰ ਹੋਰ ਕੁਝ ਤਾਂ ਮਿਲਿਆ ਨਹੀਂ, ਕੋਈ ਪੈਸੇ ਦੀ ਰਿਕਵਰੀ ਨਹੀਂ। ਇੱਕ ਬੇਨਾਮੀ ਪ੍ਰਾਪਰਟੀ ਜੇ ਅੱਜ ਕੋਈ ਕਹਿ ਸਕੇ ਜੋ ਉਹਦੀ ਰਿਕਵਰੀ ਦਿਖਾ ਦੇ ਤਾਂ ਮੈਂ ਤੁਹਾਡੇ ਸਾਹਮਣੇ ਤੁਹਾਡਾ ਜਵਾਬ ਦੇਵਾਂਗਾ। ਇਸ ਤੋਂ ਇਲਾਵਾ ਉਹਨਾਂ ਨੇ ਜਿਸ ਦਿਨ ਸਾਡੀ ਰੇਡ ਕੀਤੀ, ਮੇਰੇ ਫਾਦਰ ਤੇ ਇੱਕ ਝੂਠਾ ਐਲੀਗੇਸ਼ਨ ਲਾਇਆ ਕਿ ਜੀ ਫੇਕ ਪਾਸਪੋਰਟ। ਮੈਨੂੰ ਹਜੇ ਅੱਜ ਤੱਕ ਉਹ ਗੱਲ ਸਮਝ ਨਹੀਂ ਆਈ, ਮੈਂ ਤੁਹਾਡੇ ਸਾਹਮਣੇ ਸੱਚ ਬੋਲਦਾ। ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਜੀ ਫੇਕ ਪਾਸਪੋਰਟਸ ਮਿਲੇ। ਮੇਰੇ ਫਾਦਰ ਦਾ ਕੋਈ ਫੇਕ ਪਾਸਪੋਰਟ ਨਹੀਂ ਹੈ। ਮੇਰੇ ਫਾਦਰ ਇੱਕ ਵੈਲ ਨੋਨ ਪਰਸਨੈਲਿਟੀ ਹੈ। ਉਹ ਕਿਸੇ ਹੋਰ ਆਈਡੈਂਟੀਟੀ ਦੇ ਵਿੱਚ ਨਾ ਤਾਂ ਬਾਹਰ ਜਾ ਸਕਦੇ, ਨਾ ਸਾਡਾ ਕੋਈ ਇੱਦਾਂ ਦਾ ਕੰਮ ਹੈ। ਉਹ ਫੇਕ ਪਾਸਪੋਰਟ ਦੀ ਜ਼ਿਕਰ ਅੱਜ ਉਹ ਇੱਕ ਦਿਨ ਕੀਤਾ ਗਿਆ, ਉਸ ਤੋਂ ਬਾਅਦ ਅੱਜ ਤੱਕ ਉਹਨਾਂ ਵੱਲੋਂ ਕੋਈ ਇਹਦੇ ਪਿੱਛੇ ਕਾਰਵਾਈ ਨਹੀਂ ਕੀਤੀ ਗਈ। ਸਾਡੇ ਘਰ ਰੇਡ ਕਰਨ ਤੋਂ ਬਾਅਦ ਮੇਰੇ ਫਾਦਰ ਨੂੰ ਮਾਰਚ ਤੋਂ ਲੈ ਕੇ ਅੱਜ ਨਵੰਬਰ ਹੋ ਗਿਆ, 9 ਮਹੀਨੇ ਲਗਾਤਾਰ ਈਡੀ ਨੇ ਸਮਨ ਕੀਤਾ। ਮੇਰੇ ਫਾਦਰ ਬਿਕੋਜ਼ ਸਾਡੇ ਕੋਲ ਕੁਝ ਛੁਪਾਉਣ ਦੀ ਜਾਂ ਸਾਨੂੰ ਕੋਈ ਲੁਕਾਉਣ ਦੀ ਕੋਈ ਗੱਲ ਨਹੀਂ ਸੀ। ਮੇਰੇ ਫਾਦਰ ਰੋਜ਼ ਜਾਂ ਜਦੋਂ ਵੀ ਉਹਨਾਂ ਨੇ ਬੁਲਾਇਆ ਮੇਰੇ ਫਾਦਰ ਉੱਥੇ ਪੇਸ਼ ਹੁੰਦੇ ਰਹੇ। ਕਰੀਬਨ ਜੇ ਮੈਂ ਗਲਤ ਨਾ ਹੋਵਾਂ ਤਾਂ 12ਵੀਂ ਵਾਰ ਅਰੈਸਟ ਹੋਏ ਆ। 12 ਵਾਰ ਉਹਨਾਂ ਦੇ ਬੁਲਾਵੇ ਤੇ ਉੱਥੇ ਜਾਂਦੇ ਰਹੇ। ਉਹਨਾਂ ਨੇ ਅੱਜ ਤੋਂ ਨਹੀਂ, ਉਹਨਾਂ ਨੇ ਜੋ ਈਡੀ ਨੇ ਇਨਵੈਸਟੀਗੇਸ਼ਨ ਕੀਤੀ ਸਨ 2013-14 ਤੋਂ ਮੇਰੇ ਫਾਦਰ ਦੇ, ਮੇਰੇ ਮਦਰ ਦੇ, ਮੇਰੇ ਸਿਸਟਰ ਦੇ ਬੈਂਕ ਅਕਾਊਂਟਸ ਖੁਲਵਾਏ। ਬੈਂਕ ਅਕਾਊਂਟ 'ਚ ਉਹਨਾਂ ਨੂੰ ਕੁਝ ਨਹੀਂ ਲੱਭਾ। ਉਸ ਤੋਂ ਬਾਅਦ ਉਹਨਾਂ ਨੇ ਸਾਡੀ ਗੱਡੀਆਂ, ਮੋਟਰਾਂ ਦੀ ਸਾਰਾ ਕੁਝ ਦਾ ਇੱਕ ਐਡਾ ਵੱਡਾ ਰਿਕਾਰਡ ਜੋ ਹੈ ਆਪਣੇ ਆਫਿਸ ਵਿੱਚ ਇਕੱਠਾ ਕਰ ਦਿੱਤਾ। ਫਾਸਟ ਫਾਰਵਰਡ ਨਵੰਬਰ, ਅੱਜ 10 ਨਵੰਬਰ ਦੀ ਆਪਾਂ ਗੱਲ ਕਰਦੇ ਹਾਂ। 10 ਨਵੰਬਰ ਦਾ ਸਮਨ ਮੇਰੇ ਫਾਦਰ ਨੂੰ ਆਇਆ। 10 ਨਵੰਬਰ ਨੂੰ ਮੇਰੇ ਫਾਦਰ ਇੱਥੇ ਚੰਡੀਗੜ੍ਹ ਪੇਸ਼ ਹੋਏ। ਸਾਰਾ ਦਿਨ ਉਹਨਾਂ ਨੂੰ ਬਿਠਾਈ ਰੱਖਿਆ ਕਿਉਂਕਿ ਇਹਨਾਂ ਕੋਲ ਕੋਈ ਸਵਾਲ ਨਹੀਂ ਹੁੰਦੇ। ਹੌਲੀ ਹੌਲੀ ਇੱਕ ਕਰਕੇ ਉਹ ਮੈਸੇਜ ਲਿਖਦੇ ਨੇ। ਮੇਰੇ ਫਾਦਰ ਬੈਠੇ ਰਹੇ, ਕਹਿੰਦੇ ਸ਼ਾਮ ਨੂੰ ਕਿ ਮੈਂ ਤੁਹਾਡੇ ਤੋਂ ਅੱਜ ਕੋਈ ਸਵਾਲ ਪੁੱਛੇ ਨਾ ਗਏ, ਇਸ ਕਰਕੇ ਮੈਂ ਕੱਲ ਸਵੇਰੇ ਆਪ ਤੁਹਾਡੇ ਕੋਲ 12 ਵਜੇ ਆਊਂਗਾ। ਜਦ ਕੱਲ ਅਗਲੇ ਦਿਨ 11 ਤਰੀਕ ਨੂੰ ਸਵੇਰੇ ਪਾਪਾ ਮੇਰੇ ਡੈਡ ਈਡੀ ਦੇ ਸਾਹਮਣੇ ਪੇਸ਼ ਹੋਏ। ਅਗਲੇ 3 ਘੰਟਿਆਂ ਦੇ ਵਿੱਚ ਉਹਨਾਂ ਨੇ ਮੈਨੂੰ ਫੋਨ ਕੀਤਾ ਇਨਵੈਸਟੀਗੇਟਿੰਗ ਆਫਿਸਰ ਨੇ ਕਿ ਅਸੀਂ ਤੁਹਾਡੇ ਫਾਦਰ ਦੀ ਅਰੈਸਟ ਪਾ ਚੁੱਕੇ ਹਾਂ। ਹੁਣ ਸਭ ਤੋਂ ਵੱਡੀ ਗੱਲ ਜੋ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਾਏ ਆ, ਦੇਖੋ ਮੈਂ ਵਕੀਲ ਹਾਂ ਔਰ ਜਿਹੜਾ ਮੇਰਾ ਵੀਰ ਕੋਈ ਵਕੀਲ ਜਾਂ ਲੀਗਲ ਫਰਟਰਨਿਟੀ ਤੋਂ ਕੋਈ ਵੀ ਸੁਣਦਾ, ਆਪਣਾ ਕਨਸਟੀਟਿਊਸ਼ਨ ਆਫ ਇੰਡੀਆ ਇੱਕ ਫੇਅਰ ਟ੍ਰਾਇਲ ਸਭ ਨੂੰ ਪ੍ਰੋਮਿਸ ਕਰਦਾ ਹੈ। ਭਾਵੇਂ ਤੁਸੀਂ ਅਮੀਰ ਹੋ, ਗਰੀਬ ਹੋ, ਅੰਨੇ ਹੋ, ਜੋ ਵੀ ਹੋ, ਤੁਹਾਨੂੰ ਜੋ ਕਨਸਟੀਟਿਊਸ਼ਨ ਆਫ ਇੰਡੀਆ ਹੈ ਤੁਹਾਨੂੰ ਫ੍ਰੀ ਟ੍ਰਾਇਲ ਗਾਰੰਟੀ ਕਰਦਾ ਹੈ। ਫ੍ਰੀ ਟ੍ਰਾਇਲ ਦਾ ਮਤਲਬ ਫ੍ਰੀ ਐਂਡ ਫੇਅਰ ਟ੍ਰਾਇਲ ਗਾਰੰਟੀ ਕਰਦਾ ਹੈ। ਫ੍ਰੀ ਐਂਡ ਫੇਅਰ ਟ੍ਰਾਇਲ ਦਾ ਮਤਲਬ ਹੁੰਦਾ ਹੈ ਕਿ ਜਦ ਤੁਹਾਨੂੰ ਅਰੈਸਟ ਹੁੰਦਾ ਜਾਂ ਤੁਹਾਡੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤਾਂ ਤੁਹਾਡੇ ਖਿਲਾਫ ਜੋ ਐਲੀਗੇਸ਼ਨਸ ਨੇ, ਤੁਹਾਡੇ ਖਿਲਾਫ ਜੋ FIR ਹੈ, ਉਹ ਸਭ ਤੋਂ ਪਹਿਲੇ ਤੁਹਾਨੂੰ ਦਿੱਤਾ ਜਾਂਦਾ ਕਿ ਤੁਸੀਂ ਆਪਣੇ ਆਪ ਨੂੰ ਕੋਰਟ ਵਿੱਚ ਜਾ ਕੇ ਡਿਫੈਂਡ ਕਰ ਸਕੋ। ਕੋਰਟਾਂ ਕਚਹਿਰੀਆਂ ਦਾ ਕੰਮ ਤੁਸੀਂ ਸਾਰੇ ਜਾਣਦੇ ਹੋ ਕਿੱਦਾਂ ਦਾ। 11 ਤਰੀਕ ਨੂੰ ਮੇਰੇ ਫਾਦਰ ਨੂੰ ਅਰੈਸਟ ਕਰਕੇ ਰਿਮਾਂਡ ਵਿੱਚ ਕੋਰਟ ਲੈ ਕੇ ਗਏ। ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਖਿਲਾਫ ਨਾ ਕੋਈ FIR ਹੈ। ਈਡੀ ਦਾ ਜੋ ਪ੍ਰੋਸੀਜਰ ਹੈ ਉਹ ਆਪਣੇ ਵੱਲੋਂ ਇੱਕ ਆਪਣਾ ਡਾਕੂਮੈਂਟ ਰਜਿਸਟਰ ਕਰਦੇ ਨੇ ਜਿਹਨੂੰ ਉਹ ECIR ਕਹਿੰਦੇ ਨੇ। ਸਾਨੂੰ ECIR ਦੀ ਕਾਪੀ ਨਹੀਂ ਦਿੱਤੀ ਗਈ। ਮੇਰੇ ਫਾਦਰ ਨੂੰ ਜਦੋਂ ਅਰੈਸਟ ਕੀਤਾ ਉਹਨਾਂ ਨੂੰ ਇੱਕ 9 ਪੇਜ ਪੜ੍ਹਾਏ ਗਏ ਗਰਾਊਂਡਸ ਆਫ ਅਰੈਸਟ ਜਿਹਨੂੰ ਕਹਿੰਦੇ ਨੇ। ਇਹ ਉੱਤੇ ਮੇਰੇ ਫਾਦਰ ਦਾ ਬਿਕੋਜ਼ ਉਹ ਪੁਲਿਸ ਕਸਟਡੀ ਵਿੱਚ ਸੀਗੇ ਧੱਕੇ ਨਾਲ ਉਹਨਾਂ ਨੇ ਸਾਈਨ ਕਰਵਾ ਲਏ। ਉਹ ਜੋ ਗਰਾਊਂਡਸ ਆਫ ਅਰੈਸਟ ਔਰ ਉਹ ਜੋ ECIR ਹੈ ਉਹ ਅੱਜ ਤੱਕ ਸਾਨੂੰ ਨਹੀਂ ਮਿਲੀ। ਤਾਂ ਹੀ ਮੈਂ ਇਹ ਕਹਿੰਦਾ ਕਿ ਇਹ ਜਿਹੜੀ ਅਰੈਸਟ ਹੈ ਇਹ ਨਾ ਤਾਂ ਸਿਰਫ ਇਲੀਗਲ ਹੈ, ਨਾ ਹੀ ਇਹ ਮਲਿਸ਼ੀਅਸ ਹੈ, ਨਾ ਹੀ ਇਹ ਸਿਰਫ ਇੱਕ ਝੂਠ ਦਾ ਪਲੰਦਾ ਹੈ। ਇਹ ਅਨਕਨਸਟੀਟਿਊਸ਼ਨਲ ਅਰੈਸਟ ਹੈ। ਸਹੀ ਟਾਈਮ ਆਉਣ 'ਤੇ ਅਸੀਂ ਹਾਈ ਕੋਰਟ ਦਾ ਅਤੇ ਸੁਪਰੀਮ ਕੋਰਟ ਦਾ ਜੋ ਅਸੀਂ ਦਰਵਾਜ਼ੇ ਅਸੀਂ ਖੜਕਾਵਾਂਗੇ, ਅਸੀਂ ਉਹਨਾਂ ਕੋਲ ਆਪਣੇ ਬਿਆਨ ਕਰਾਂਗੇ। ਲੇਕਿਨ ਮੇਰਾ ਫਰਜ਼ ਤੁਹਾਡੇ ਸਾਹਮਣੇ, ਕਿਉਂਕਿ ਕਈ ਕੋਰਟਾਂ ਜਾਂ ਕੋਈ ਅਖਬਾਰਾਂ ਬਹੁਤ ਕੁਝ ਲਿਖ ਰਹੀਆਂ ਨੇ, ਤਾਂ ਮੇਰਾ ਫਰਜ਼ ਇਹ ਬਣਦਾ ਮੈਂ ਤੁਹਾਨੂੰ ਸੱਚਾਈ ਦੱਸਾਂ। ਸੋ ਜਦ ਕੋਰਟ ਦੇ ਅੰਦਰ ਰਿਮਾਂਡ ਦੀ ਹੀਅਰਿੰਗ ਦੀ ਵਾਰੀ ਆਈ, ਉਸ ਦੇ ਬਾਰੇ ਉਹਨਾਂ ਨੇ 3 ਇਲਜ਼ਾਮ ਦੱਸੇ ਨੇ। ਉਸ ਤੋਂ ਬਾਅਦ ਕੋਈ ਜ਼ਿਆਦਾ ਜੋ ਮੈਂ ਸਮਝ ਪਾਇਆ, ਲੇਕਿਨ ਕਿਉਂਕਿ ਉਹਨਾਂ ਨੂੰ ਕੋਰਟ ਨੂੰ ਦੱਸਣਾ ਹੁੰਦਾ ਹੈ ਕਿ ਸਾਡੇ ਕੀ ਰੀਜ਼ਨ ਨੇ ਕਿ ਅਸੀਂ ਇਸ ਬੰਦੇ ਨੂੰ ਅਰੈਸਟ ਕਰ ਰਹੇ ਹਾਂ। ਪਹਿਲਾ ਰੀਜ਼ਨ ਉਹ ਕਹਿੰਦੇ ਨੇ ਕਿ ਖਹਿਰਾ, ਮਿਸਟਰ ਸੁਖਪਾਲ ਸਿੰਘ ਖਹਿਰਾ ਇਵੇਸਿਵ ਹੋ ਰਹੇ ਸੀ, ਕੋਆਪਰੇਟ ਨਹੀਂ ਕਰ ਰਹੇ ਸੀ।
ਇਹ ਸਭ ਸਰਾਸਰ ਝੂਠੀ ਗੱਲ ਹੈ। ਮੈਂ ਤੁਹਾਨੂੰ ਆਪ ਦੱਸਿਆ 11 12 ਵਾਰ, 12ਵੀਂ ਵਾਰ ਤਾਂ ਆਪ ਆਊਟ ਆਫ ਹਿਜ਼ ਓਨ ਫ੍ਰੀ ਵਿਲ ਜਾ ਕੇ ਪੇਸ਼ ਹੋ ਕੇ ਆਏ ਆ। ਸੋ ਇਵੇਸਿਵ ਔਰ ਨਾਨ ਕੋਆਪਰੇਟਿਵ ਹੋਣ ਦੀ ਕੋਈ ਗੱਲ ਨਹੀਂ ਬਣਦੀ। ਉਸ ਤੋਂ ਬਾਅਦ ਉਹਨਾਂ ਦਾ ਅਗਲਾ ਚਾਰਜ ਜੋ ਮੈਨੂੰ ਬਹੁਤ ਦੁੱਖ ਲੱਗਿਆ ਔਰ ਸੋਚ ਕੇ ਨਹੀਂ ਸਮਝ ਆਉਂਦਾ ਕਿ ਕਿੱਦਾਂ ਇਹ ਕਾਰਵਾਈ ਇਦਾਂ ਦੀ ਕਰਦੇ ਨੇ। ਇਹਨਾਂ ਨੇ ਇੱਕ ਐਲੀਗੇਸ਼ਨ ਲਾਇਆ ਕਿ ਤੁਸੀਂ $1 ਲੱਖ ਫੋਰਨ ਕਰੰਸੀ ਵਿੱਚ ਆਪਣੇ ਕੋਲ ਲੈ ਕੇ ਆਏ। ਕਿ ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਸਮਝਦਾਰ ਲੋਕ ਨੇ, ਕੀ ਮੇਰੇ ਫਾਦਰ $1 ਲੱਖ ਆਪਣੀ ਜੇਬ 'ਚ ਪਾ ਕੇ ਲੈ ਕੇ ਆ ਸਕਦੇ ਨੇ? ਮੇਰੇ ਫਾਦਰ ਕੋਲ ਕੱਲੀ ਚੀਜ਼ ਦਾ, ਕੱਲੇ ਪੈਸੇ ਦਾ ਜਵਾਬ ਹੈ, ਮੇਰੇ ਕੋਲ ਵੀ ਹੈ। ਜਿਹੜੀ ਇਹ ਫੋਰਨ ਫੰਡਿੰਗ ਦੀ ਗੱਲ ਕਰਦੇ ਨੇ ਉਹਨਾਂ ਦਾ ਵੀ ਮੈਂ ਜ਼ਿਕਰ ਕਰਨਾ ਚਾਹੁੰਦਾ, ਕਿਉਂਕਿ ਇਹ 2016 ਵਿੱਚ ਜਦ ਮੇਰੇ ਫਾਦਰ ਉਸ ਟਾਈਮ ਆਮ ਆਦਮੀ ਪਾਰਟੀ ਦੇ ਪਾਰਟੀ ਵਿੱਚ ਸੀਗੇ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਖਹਿਰਾ ਸਾਹਿਬ ਤੁਹਾਡੀ NRIs ਵਿੱਚ ਬਹੁਤ ਅਪੀਲ ਹੈ, ਤਾਂ ਤੁਸੀਂ ਪਲੀਜ਼ ਇੱਕ ਅਮਰੀਕਾ ਦਾ ਟੂਰ ਕੱਢ ਕੇ ਆਓ। ਮੇਰੇ ਫਾਦਰ ਅਮਰੀਕਾ ਗਏ, ਇਹਨਾਂ ਨੇ ਟਿਕਟਾਂ ਕਰਾਈਆਂ, ਇਹਨਾਂ ਨੇ ਭੇਜਿਆ 16 ਸ਼ਹਿਰਾਂ ਦੇ ਵਿੱਚ। ਮੇਰੇ ਫਾਦਰ ਨੇ ਸ਼ਹਿਰ ਜਾ ਕੇ ਤਕਰੀਰ ਕੀਤੀ, ਲੋਕਾਂ ਦੇ ਅੱਗੇ ਕਿਹਾ ਕਿ ਅਸੀਂ ਆਪਾਂ ਆਮ ਆਦਮੀ ਪਾਰਟੀ ਦਾ ਸਾਥ ਦਈਏ। ਮੈਂ ਬਿਨਾਂ ਐਵੀਡੈਂਸ ਦੀ ਗੱਲ ਨਹੀਂ ਕਰੂੰਗਾ। ਸੋ ਹੁਣ ਮੈਂ ਤੁਹਾਨੂੰ ਫੋਟੋਆਂ ਦਿਖਾਉਣ ਲੱਗਾ ਇਸ, ਔਰ ਜੋ ਈਡੀ ਨੇ ਮੈਂ ਇਹ ਵੀ ਗੱਲ ਤੁਹਾਨੂੰ ਦੱਸਦਾ, ਈਡੀ ਨੇ ਮੇਰੇ ਫਾਦਰ ਦਾ ਇਹ ਬਿਆਨ ਲਿਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਕੋਈ ਪੰਕਜ ਉਹਨਾਂ ਦਾ ਕੋਈ ਪਾਰਟੀ ਦਾ ਸੈਕਟਰੀ ਉਹਨਾਂ ਨੂੰ ਬੁਲਾਇਆ, ਉਹਨਾਂ ਨੇ ਕੋਰਾ ਨਾ ਕਰਤਾ ਜੀ ਅਸੀਂ ਕਦੀ ਭੇਜਿਆ ਨਹੀਂ। ਉਹ ਝੂਠੇ ਨੇ, ਝੂਠ ਬੋਲਦੇ ਨੇ ਉਹ ਲੋਕ। ਮੈਂ ਤੁਹਾਨੂੰ ਐਵੀਡੈਂਸ ਵਿਦ ਪ੍ਰੂਫ ਦਿਖਾਉਣ ਲੱਗਾ ਕਿ 2016 ਵਿੱਚ ਮੇਰੇ ਫਾਦਰ ਨੂੰ USA ਆਮ ਆਦਮੀ ਪਾਰਟੀ ਨੇ ਭੇਜਿਆ, ਉੱਥੇ ਫੰਡ ਰੇਜ਼ਿੰਗ ਵਾਸਤੇ ਭੇਜਿਆ। ਉੱਥੇ ਉਹਨਾਂ ਨੇ 16 ਮੀਟਿੰਗਾਂ ਅਟੈਂਡ ਕਰਾਈਆਂ, 16 ਸ਼ਹਿਰਾਂ ਦੇ ਵਿੱਚ ਭੱਜ ਨੱਠ ਕਰਵਾਈ, ਤੇ ਉਹਨਾਂ ਦੇ ਨਾਮ ਤੇ ਜੋ ਹੈ ਫੰਡਸ ਇਕੱਠੇ ਕੀਤੇ ਗਏ। ਕੁਝ ਮੈਂ ਤੁਹਾਨੂੰ ਫੋਟੋਆਂ ਦਿਖਾਊਂਗਾ। ਇਹ ਫੋਟੋਆਂ ਨੇ, ਥੋੜਾ ਮੈਂ ਇਹ ਉਹ ਮੀਟਿੰਗਸ ਨੇ, ਸ਼ਾਇਦ ਮੈਨੂੰ ਹੁਣ ਪਤਾ ਨਹੀਂ ਕਿ ਅੰਦਰ ਕਲੀਅਰ ਦਿਖ ਰਿਹਾ ਹੈ। ਇਹ ਉਹ ਮੀਟਿੰਗਸ ਨੇ, ਮੈਂ ਪ੍ਰੈਸ ਰਿਲੀਜ਼ ਵੀ ਕੀਤੀ, ਉਹਦੇ ਅੰਦਰ ਮੈਂ ਸਾਰੀਆਂ ਫੋਟੋਆਂ ਕੀਤੀਆਂ। ਇੱਕ ਇਹ ਪੋਸਟਰ ਛਪਵਾਇਆ ਗਿਆ, ਸੁਖਪਾਲ ਸਿੰਘ ਖਹਿਰਾ ਇਨ ਦੀ ਯੂਨਾਈਟਿਡ ਸਟੇਟਸ ਆਫ ਅਮਰੀਕਾ 14th of April to 1st of March 2016। 16 ਸ਼ਹਿਰਾਂ ਦੇ ਨਾਮ ਨੇ। ਸ਼ਾਇਦ ਇਹਨੂੰ ਪਰਿਵਾਰ ਜੋੜੋ ਯਾਤਰਾ ਕਹਿੰਦੇ ਸੀ, ਜਾਂ ਕੋਈ ਇਹਨਾਂ ਨੇ ਆਪਣਾ ਇਸ ਕੋਈ ਪੋਲੀਟੀਕਲ ਇਹਨੂੰ ਨਾਮ ਦਿੱਤਾ ਗਿਆ। ਸੋ ਇਹ ਮੇਰੇ ਫਾਦਰ ਦੀਆਂ ਵਾਸ਼ਿੰਗਟਨ DC ਵਰਗੇ ਸ਼ਹਿਰਾਂ ਦੀਆਂ ਇਹ ਫੋਟੋਜ਼ ਨੇ। ਔਰ ਇਹ ਫੋਟੋਜ਼ ਜੋ ਹੈ ਉਹ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਹੈ। ਇਹ ਸਾਡੀਆਂ ਆਪਣੀਆਂ ਕੋਈ ਫੇਸਬੁੱਕ ਤੇ ਪਾਈਆਂ ਹੋਈਆਂ ਫੋਟੋਆਂ ਨਹੀਂ ਆ। ਇੱਕ ਫੇਸਬੁੱਕ ਪੇਜ ਤੇ ਇੱਕ ਪੇਜ ਹੈ ਆਮ ਆਦਮੀ ਪਾਰਟੀ USA, ਜਿਹਨੂੰ ਬਲੂ ਟਿਕ ਵੀ ਮਿਲਿਆ ਹੋਇਆ ਸੀ। ਇਹ ਉਹਨਾਂ ਦੀਆਂ ਫੋਟੋਆਂ ਨੇ। ਮੈਂ ਤੁਹਾਨੂੰ ਇੱਕ ਵਾਰ ਫਿਰ ਦਿਖਾਉਣ ਲੱਗਾ। ਇਹ ਪੋਸਟਰ ਛਪਾਇਆ ਗਿਆ, ਤੁਸੀਂ ਦੇਖ ਸਕਦੇ ਹੋ ਸਾਰਾ। ਔਰ ਮੈਂ ਇੱਥੇ ਜੋ ਉਹਨਾਂ ਨੇ ਕੈਪਸ਼ਨ ਪਾਈ ਹੈ ਮੈਂ ਤੁਹਾਨੂੰ ਉਹ ਪੜ੍ਹ ਦਿੰਦਾ। ਸੁਖਪਾਲ ਸਿੰਘ ਖਹਿਰਾ, spokesperson for AAP, arrived few minutes back in San Francisco. For the next 2 weeks, Khera will be on US tour covering 14 different cities. Here are the complete US tour details, etc etc। ਇਸ ਤੋਂ ਇਲਾਵਾ ਮੇਰੇ ਫਾਦਰ ਨੂੰ ਈਮੇਲ ਵੀ ਕੀਤੀ ਗਈ ਇੱਕ ਬੜੀ ਇਨਕ੍ਰਿਮੀਨੇਟਿੰਗ ਫੋਟੋ। ਔਰ ਇਹ ਹੁਣ ਈਡੀ ਨੂੰ ਔਰ ਝਾੜੂ ਵਾਲਿਆਂ ਨੂੰ ਮੇਰੇ ਫਾਦਰ ਨੇ ਇਹ ਸਾਰੇ ਡਾਕੂਮੈਂਟਸ ਈਡੀ ਨੂੰ ਦਿੱਤੇ ਹੋਏ ਨੇ। ਮੈਂ ਤੁਹਾਨੂੰ ਈਮੇਲ ਵੀ ਪੜਾਊਂਗਾ ਉਹਨਾਂ ਨੇ ਜਿੱਥੇ ਦਿੱਤੇ ਨੇ। ਆਹ ਦੇਖੋ, ਆਹ ਟੋਪੀ ਵਾਲੇ ਬੈਠੇ ਤੇ ਸ਼ਾਇਦ ਕੰਪਿਊਟਰ ਤੇ ਗਿਣ ਰਹੇ ਨੇ ਕਿੰਨਾ ਪੈਸਾ ਹੈ। ਇਹ ਟੋਪੀ ਵਾਲੇ ਤੁਹਾਨੂੰ ਲੱਗਦਾ ਜੋ ਪੈਸਾ ਇਕੱਠਾ ਕਰਾਂਗੇ ਸਾਨੂੰ ਦਿੰਦੇ ਸੀ? ਇਹ ਸਰਾਸਰ ਝੂਠ ਬੋਲਿਆ ਗਿਆ ਹੈ। ਮੇਰੇ ਫਾਦਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਫਰਿਆਦ ਵਿੱਚ, ਉਹਨਾਂ ਦੀ ਕੋਸ਼ਿਸ਼ ਵਿੱਚ ਉਹਨਾਂ ਨੂੰ ਇਹ ਝੂਠਾ ਕੇਸ ਆ। ਆਹ ਦੇਖੋ ਇੱਕ ਫੋਟੋ ਅਗਲੀ, ਇਹ ਫੰਡ ਜੋ ਕਲੈਕਟ ਕੀਤੇ ਗਏ ਨੇ ਡਾਲਰ, ਉਹ ਡੱਬੇ ਵਿੱਚ ਵੀ ਪਏ ਨੇ। ਸੋ ਇਹ ਸਾਰੀਆਂ ਗੱਲਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਮੇਰੇ ਫਾਦਰ ਨੂੰ ਆਮ ਆਦਮੀ ਪਾਰਟੀ ਨੇ ਆਪ USA ਭੇਜਿਆ ਤੇ ਉੱਥੇ ਫੰਡਸ ਕਲੈਕਟ ਕਰਨ ਵਾਸਤੇ ਭੇਜਿਆ। ਔਰ ਉਹੀ ਕੁਝ ਜੋ ਪੈਸਾ ਸੀ ਉਹ ਅੱਜ ਮੇਰੇ ਫਾਦਰ ਦੇ ਹਿੱਸੇ ਵਿੱਚ ਪਾ ਰਹੇ ਨੇ ਕਿ ਇਹ ਫੋਰਨ ਫੰਡਿੰਗ ਲੈ ਕੇ ਆਉਂਦੇ। ਮੈਂ ਕਹਿੰਦਾ ਆਰਗੂਮੈਂਟ ਵਾਸਤੇ ਮੰਨ ਲੈਂਦੇ ਕਿ ਫੋਰਨ ਫੰਡਿੰਗ ਹੈ। ਫੋਰਨ ਫੰਡਿੰਗ ਦੀ ਜੋ ਪੈਨਲਟੀਜ਼ ਆ ਉਹ ਫੈਰਾ ਔਰ ਫੈਮਾ 'ਚ ਹੈ। ਹਾਊ ਇਜ਼ ਦਿਸ ਪ੍ਰੋਸੀਡਸ ਆਫ ਕ੍ਰਾਈਮ ਅੰਡਰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ। ਇਹ ਕਾਨੂੰਨ, ਦੋ ਕਾਨੂੰਨਾਂ ਨੂੰ ਇਕੱਠੇ ਮਿਲਾ ਕੇ ਮੇਰੇ ਫਾਦਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਯਤਨ ਕੀਤਾ ਜਾ ਰਿਹਾ।
मैं इस तो बाद तुहानूं ये भी दसना चाहना कि ये सारे डॉक्यूमेंट्स मेरे फादर ने ईडी के सामने पेश किए। 11 तरीक ਨੂੰ मेरे फादर ने ईडी ਨੂੰ एक ईमेल लिखी जिहदे विच राजा राम मीना जो आईओ है ਉਹਨੂੰ टैग किया, ਉਹਨੂੰ कहा कि आ मेरिया फोटोआं ने, आम आदमी पार्टी पंजाब ने यह फोटोआं ला के 2016 ਦੀਆਂ फोटोआं लगियां होईयां और ये पैसे का ये आंसर है। लेकिन मेरे फादर की कोई इस सिलसिले में कोई रिटन स्टेटमेंट लिखी नहीं गई उन्होंने, वो स्टेटमेंट अज हवा च रह गई। वैसे हर एक गल उन्होंने कली कली चीज़ का जवाब लिखा। ये एक एलीगेशन सी जो सरासर खड़े खड़े 15 मिनटां च मैं तुहाडे सारिਆਂ ਦੇ सामने डिसप्रूव कर दी। सिमिलरली एक एलीगेशन इन्होंने लाई कि तुहाडी जो आमदन है तो तुहाडा जिहड़ा पिछले 7 सालों में 13-14 तो जो तुसीं खर्चा किया वो मेल नहीं खाता। मेरे फादर वाहिगुरू दी मेहर नाल साडा परिवार पिछों मेरे दादा जी और उन्होंने पिछों परदादियां दे टाइम तो असी एक लैंडेड पीपल हाँ। मेरे फादर के नाम साडे नाम सारिਆਂ ਦੇ नाम टोटल करीबन 60 किले ज़मीन है। असी किसी का हक मार के नहीं खाते। मेरे फादर क्योंकि बिजी रहते हैं, उन्होंने अपना जो ज़मीन है वो ठेके दे दी हुई है, ठेकेदार साडी वाही करता है। जो साल का जो पैसा होंदा वो सानू ज़्यादातर जो अपना है नोटबंदी तो पहले जो सिस्टम सीगा आपां कैश दिंदे सी, वो जो कैश है उन्होंने मिसकैलकुलेट करके जी ये तुहाडा जो है ये तुहाडे इनकम तो तुहाडे खर्चे दे विच ये फर्क है। उस तो इलावा 2016 में मेरी सिस्टर का विआह होया, क्योंकि मेरे फादर पोलिटिकली वैल नोन ने, उन्होंने कई सारे यार दोस्त ने, मेरे फादर नूं एक वड्डा विआह करना पिया। उस विआह वास्ते मेरे फादर ने इसी साडी जद्दी ज़मीन तो मॉर्टगेज करके लीज़ करके पैसा चुक्या 1 करोड़ रुपया। वो भी इन्होंने 3 करोड़ रुपये का डेफिसिट दसते हैं, कहते हैं कि तुहाडी आमदन तो तुहाडे खर्चे विच 3 करोड़ रुपये का फर्क है। वो 3 करोड़ रुपये तो मैं तुहानूं कल्ले कल्ले हुणे गिना सकदा। पहला 1 करोड़ रुपया जिन्ना असी क्योंकि असी लिमिट लई मेरे फादर के बैंक अकाउंट च आ गई, जो भी अकाउंट हुंदा है, तो असी वो चों विआह के खर्चे करने शुरू कर दिते। मेरे फादर की एक आदत सीगी कि जब वो कोई भी अपना खर्चा करते सी तो आप नोट करते हैं, तुसीं सारे भी शायद, कि आपां नूं पता रहे, आइडिया रहे कि कितना खर्चा होया। 2016 1 करोड़, 2019 मेरा विआह होया। अगेन असी मेरे फादर ने 2019 1 करोड़ रुपये का होर जो है वो लोन लिया ज़मीन ते और मेरा विआह करने वास्ते। सिमिलरली जब मेरा विआह हो रहा सी घर की रेनोवेशन वास्ते, उदों भी 1 करोड़ रुपया। सो 3 करोड़ रुपया असी बैंकों तो लैके अपने खर्चे किए, विआह के खर्चे XYZ जो भी असी जो सोसाइटी में रह के आपां नूं करना पैंदा है, असी उदां कीता। ये उठ के कहंदे ने कि असी वो 3 करोड़ रुपया तुहाडा फर्क है जो वो ये नहीं दस पाए कि प्रोसीड्स ऑफ क्राइम है कित्थों आया, पर मैं 5 मिनटां च दा सारा दा जो जवाब है वो असी ये सारी गल्लां मैं मेरे फादर ने ईडी नूं लिखाइयां हुईयां ने। ये सारियां गल्लां नूं एक पासे रख के एक कोर्ट में जाके कहते हैं कि इन्हां दी 3 करोड़ दी जी, बिकॉज इन्होंने नंबरस विच कोर्ट नूं फसाना हुंदा, डराना हुंदा, तो इन्होंने ये साडे ते इल्ज़ाम लाए ने। साडे कोल मैनूं हजे नहीं पता कि इन्होंने इल्ज़ाम साडे ते होर की लाए ने। सानू तो सिर्फ कोर्ट की इन्हां दी तकरीर च इन्हां दी जो बहस विचों जो समझ आया तो और जो अज अखबारां ने चक्या, इस करके मैं समझदा सीगा कि मेरा फ़र्ज़ है। तुसीं सारे बहुत समझदार हो। मेरे फादर एक फाइटर है, मेरे फादर विसल ब्लोअर है। तुहानूं याद होगा, मैं ज़्यादा समा नहीं ला सकदा, मैं ज़्यादा पिछे नहीं जा सकदा। 97 तो लैके मेरे फादर ने कई लड़ाइयाँ लड़ियाँ। ये झाड़ू चूड़ू वाले 2014 च आए, उस तो पहले 15 साल मेरे फादर सुखबीर सिंह बादल, प्रकाश सिंह बादल, बीबी जगीर कौर वर्गे ਵੱਡੇ लोगों नाल लड़ते आए, उन्होंने हराया भी और उन्होंने अपनी जद्दोजहद पूरे इन्ने सालों की करते रहे ने। सो अज आके कहना कि जी वो उन्होंने तो इदा बेबुनियाद झूठे ड्रग मनी वर्गे गंदे इल्ज़ाम लाना, मैनू दुख होंदा। सही दसां तां मेरा फादर ने ब्लैक जो 3 काले कानून ने फार्मर्स दे, उन्हां दे जो साडा प्रोटेस्ट दिल्ली के बॉर्डर पर चलता, उत्थे जाके अपना हिस्सा अपना जो अपना पार्टिसिपेशन की। तुहानूं याद होवेगा 26 जनवरी नूं जद आपां एक कॉल दी गई सी रैली दी, उस दिन एक नौजवान पंजाबी मुंडा नवरीत सिंह डिबडबा
ਉਹਦੇ ਮੂੰਹ ਤੇ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਯੂਪੀ ਪੁਲਿਸ ਵੱਲੋਂ। ਮੇਰੇ ਫਾਦਰ ਇਕੱਲੇ ਨੇ ਦਮ ਰੱਖਿਆ, ਦਿੱਲੀ ਦੇ ਹਾਈ ਕੋਰਟ ਵਿੱਚ ਜਾ ਕੇ ਜੁਡੀਸ਼ੀਅਲ ਪ੍ਰੋਬ ਦੀ ਮੰਗ ਕੀਤੀ। ਯੂਆਪਾ ਦੀ ਆਪਾਂ ਗੱਲ ਕਰੀਏ, ਯੂਆਪਾ ਵੀ ਕਾਲਾ ਕਾਨੂੰਨ ਹੈ। ਯੂਆਪਾ ਇੱਕ ਐਸਾ ਕਾਨੂੰਨ ਹੈ ਜਿੱਥੇ 6-6 8-8 ਮਹੀਨੇ ਤੁਹਾਨੂੰ ਸ਼ਾਇਦ ਕੋਰਟ 'ਚ ਨਹੀਂ ਲੈ ਕੇ ਜਾਂਦੇ, ਤੁਹਾਨੂੰ ਕੋਈ ਬੇਲ ਦਾ ਕੋਈ ਤੁਹਾਡਾ ਚਾਰਾ ਨਹੀਂ ਹੁੰਦਾ। ਜਵਾਨ ਪੰਜਾਬੀ ਮੁੰਡਿਆਂ ਨੂੰ ਜੇਲ੍ਹਾਂ 'ਚੋਂ ਕਢਾਇਆ। ਅੱਜ ਇਹੋ ਜਿਹੀ ਲੜਾਈਆਂ ਲੜਦੇ ਆ ਰਹੇ ਨੇ ਮੇਰੇ ਫਾਦਰ। ਐਸੀਆਂ ਬਹੁਤ ਸਾਰੀਆਂ ਗੱਲਾਂ ਨੇ, ਲਿਸਟ ਜੇ ਮੈਂ ਹੁਣੇ ਲੈਣ ਲੱਗ ਜਾਂ ਤਾਂ ਆਪਾਂ ਸ਼ਾਇਦ ਇੱਥੇ ਹੀ 2 ਘੰਟੇ ਜਾਂ ਘੰਟਾ ਹੋਰ ਲਾ ਦਈਏ। ਮੈਂ ਜ਼ਿਆਦਾ ਕੋਈ ਲੰਬੀ ਗੱਲ ਨਹੀਂ ਕਰਨਾ ਚਾਹੁੰਦਾ। ਮੈਨੂੰ ਤੁਹਾਡੇ ਸਾਰਿਆਂ ਦਾ ਸਾਥ, ਮੈਨੂੰ ਪਿਛਲੇ 2 ਦਿਨਾਂ 'ਚ ਮੈਂ ਤੁਹਾਨੂੰ ਬੇਤਹਾਸ਼ਾ ਫੋਨ ਆ ਰਹੇ ਨੇ, ਮੈਂ ਸਾਰੇ ਫੋਨ ਅਟੈਂਡ ਨਹੀਂ ਕਰ ਸਕਦਾ। ਮਨੀਸ਼ ਮੇਰੇ ਫਾਦਰ ਦਾ ਪੀਏ, ਉਹ ਵੀ ਓਵਰਲੋਡਡ ਹੈ ਫੋਨ ਨਾਲ। ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸਾਨੂੰ। ਮੈਨੂੰ ਤੁਹਾਡੇ ਤੋਂ ਪੈਸੇ ਨਹੀਂ ਚਾਹੀਦੇ, ਸਾਨੂੰ ਤੁਹਾਡੀਆਂ ਵੋਟਾਂ ਵੀ ਨਹੀਂ ਚਾਹੀਦੀਆਂ। ਤੁਸੀਂ ਸਾਡਾ ਸਾਥ ਦਿਓ। ਤੁਸੀਂ ਆਪਣੇ ਦਿਲ 'ਚ ਜਾਣਦੇ ਹੋ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਇਮਾਨਦਾਰ ਇਨਸਾਨ ਹੈ। ਉਹ ਝੂਠਾ ਡਰੱਗ ਡੀਲਰ, ਕਿੰਗ ਪਿਨ, ਐਸੇ ਗੰਦੇ ਸ਼ਬਦਾਂ ਦੇ ਉਸ ਦਾਇਰੇ 'ਚ ਨਹੀਂ ਆਉਂਦੇ। ਮੈਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ। ਇਹ ਲੜਾਈ ਅਸੀਂ ਲੜੂਗੀ। ਮੈਂ ਡਰਿਆ ਨਹੀਂ ਹਾਂ, ਮੈਂ ਕਮਜ਼ੋਰ ਨਹੀਂ ਹੈ। ਇਹ ਸਮਾਂ ਰੋਣ ਦਾ ਨਹੀਂ ਹੈ, ਇਹ ਸਮਾਂ ਸਿਰ ਉਠਾ ਕੇ ਦਿਮਾਗ ਨਾਲ ਲੜਨ ਦਾ ਹੈ। ਮੈਂ ਆਪਣਾ ਫਰਜ਼ ਆਪਣੇ ਫਾਦਰ ਦਾ ਬੇਟਾ ਹੋਣ ਦਾ ਮੈਂ ਨਿਭਾਉਂਦਾ ਰਹੂੰਗਾ। ਮੈਨੂੰ ਆਸ ਹੈ ਕਿ ਤੁਸੀਂ ਇਹ ਲੜਾਈ ਵਿੱਚ ਮੇਰਾ ਸਾਥ ਦੇਵੋਗੇ। ਸੱਚ ਹਮੇਸ਼ਾ ਉੱਭਰ ਕੇ ਆਊਗਾ। ਆਉਣ ਵਾਲੇ ਸਮੇਂ ਵਿੱਚ ਮੇਰੇ ਫਾਦਰ ਜੇਲ੍ਹ 'ਚੋਂ ਜਿੱਦਾਂ ਵੀ ਅਸੀਂ ਬੇਲ ਕਰਾ ਕੇ ਉਹਨਾਂ ਦੀ ਲੜਾਈ ਇਸ ਦੇ ਅੰਦਰ ਸਾਥ ਦੇਵਾਂਗੇ। ਇਸ ਕੇਸ ਦੇ ਵਿੱਚੋਂ ਬਰੀ ਹੋ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਸ ਦਿਨ ਦਾ ਮੈਨੂੰ ਇੰਤਜ਼ਾਰ ਹੈ। ਉਸ ਦਿਨ ਵਾਸਤੇ ਮੈਂ ਅੱਜ ਸਾਰੀ ਆਪਣੀ ਜਾਨ ਲਗਾ ਕੇ ਉਹਨਾਂ ਦਾ ਸਾਥ ਦਊਂਗਾ। ਇੱਕ ਵਾਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੁਝ ਲੋਕ ਨੇ ਜੋ ਸ਼ਾਇਦ ਅੰਦਰੋਂ ਖੁਸ਼ ਹੋ ਰਹੇ ਨੇ ਕਿ ਜੀ ਬਹੁਤ ਵਧੀਆ ਹੋਇਆ। ਯਾਦ ਰੱਖਣਾ, ਅੱਜ ਇਹ ਮੇਰੇ ਘਰ ਆਏ ਆ, ਅੱਜ ਮੇਰੇ ਫਾਦਰ ਨਾਲ ਇਹਨਾਂ ਨੇ ਧੱਕਾ ਕੀਤਾ। 9 ਮਾਰਚ ਨੂੰ ਮੇਰੇ ਕਮਰਿਆਂ ਦੇ ਅੰਦਰ ਆ ਕੇ ਰੇਡ ਕੀਤੀ। ਕੱਲ ਇਹ ਲੜਾਈ ਤੁਹਾਡੇ ਘਰ ਤੱਕ, ਤੁਹਾਡੇ ਕਮਰਿਆਂ ਵਿੱਚ ਵੀ ਆ ਸਕਦੀ ਹੈ। ਸੋ ਆਪਾਂ ਨੂੰ ਥੋੜ੍ਹੇ ਦਿਮਾਗ ਨਾਲ, ਸਹਿਜ ਨਾਲ ਇਹ ਲੜਾਈ ਲੜਨੀ ਚਾਹੀਦੀ ਹੈ। ਸਾਡਾ ਸਾਥ ਦੇਵੋ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।